ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬਰਾੜ। ਸਭ ਤੋਂ ਪਹਿਲਾਂ ਗੱਲ ਬਲਵੰਤ ਸਿੰਘ ਮੁਲਤਾਨੀ ਮਾਮਲੇ ਦੀ। ਬਲਵੰਤ ਸਿੰਘ ਮੁਲਤਾਨੀ ਗੁੰਮਸ਼ੁਦਗੀ ਦਾ ਮਾਮਲਾ ਹੈ। ਸਭ ਨੂੰ ਯਾਦ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਇਸ ਮਾਮਲੇ ਦੇ ਵਿੱਚ ਕਾਫੀ ਉਲਝੇ ਨੇ। ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸੀਬੀਆਈ ਕੋਲ ਮੁੱਢਲੀ ਜਾਂਚ ਦਾ ਰਿਕਾਰਡ ਹੀ ਮੌਜੂਦ ਨਹੀਂ ਹੈ। 2008 ਦੇ ਵਿੱਚ ਜੋ ਜਾਂਚ ਕੀਤੀ ਸੀ ਉਸ ਦਾ ਰਿਕਾਰਡ ਨਹੀਂ ਹੈ। ਇਹ ਸੀਬੀਆਈ ਨੇ ਅਦਾਲਤ ਦੇ ਵਿੱਚ ਜਾਣਕਾਰੀ ਦਿੱਤੀ ਹੈ। ਸਪੈਸ਼ਲ ਸੀਬੀਆਈ ਕੋਰਟ ਦੇ ਵਿੱਚ ਸੀਬੀਆਈ ਵੱਲੋਂ ਇਹ ਜਵਾਬ ਦਾਇਰ ਕੀਤਾ ਗਿਆ ਹੈ, ਕਿਉਂਕਿ ਪਹਿਲਾਂ ਇਹ ਮਾਮਲਾ ਸੀਬੀਆਈ ਕੋਲ ਗਿਆ ਸੀ, ਉਸ ਤੋਂ ਬਾਅਦ ਇਹ ਜਾਂਚ ਸੀਬੀਆਈ ਤੋਂ ਵਾਪਸ ਲੈ ਲਈ ਗਈ ਸੀ ਔਰ ਹੁਣ ਸੀਬੀਆਈ ਨੇ ਕਿਹਾ ਕਿ ਜੋ ਜਾਂਚ ਉਹਨਾਂ ਨੇ ਕੀਤੀ ਸੀ ਉਸ ਦਾ ਰਿਕਾਰਡ ਨਹੀਂ ਹੈ, ਕਿਉਂਕਿ ਸੀਬੀਆਈ ਸਿਰਫ 5 ਸਾਲ ਤੱਕ ਆਪਣੇ ਕੋਲ ਰਿਕਾਰਡ ਰੱਖਦੀ ਹੈ। ਸੋ ਸੁਮੇਧ ਸਿੰਘ ਸੈਣੀ ਮੁੱਖ ਮੁਲਜ਼ਮ ਹੈ। ਸੁਪਰੀਮ ਕੋਰਟ ਨੇ 2011 ਦੇ ਵਿੱਚ ਇਹ ਰੱਦ ਕਰ ਦਿੱਤੀ ਸੀ ਜਿਹੜੀ ਸੀਬੀਆਈ ਜਾਂਚ ਕਰ ਰਹੀ ਸੀ। ਮਾਮਲਾ 1991 ਦਾ ਹੈ। ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਉਮੇਸ਼, ਥੋੜਾ ਜਿਹਾ ਵਿਸਤਾਰ ਨਾਲ ਜਾਨਣਾ ਚਾਹਾਂਗੇ ਕਿ ਸੀਬੀਆਈ ਨੇ ਕੀ ਪੂਰਾ ਜਿਹੜਾ ਜਵਾਬ ਹੈ ਉਹ ਕੋਰਟ ਦੇ ਵਿੱਚ ਦਿੱਤਾ ਹੈ। ਇੱਕ ਚੀਜ਼ ਤਾਂ ਸਮਝ ਆਉਂਦੀ ਹੈ ਕਿ 5 ਸਾਲ ਤੱਕ ਉਹਨਾਂ ਨੇ ਕਿਹਾ ਕਿ ਅਸੀਂ ਰਿਕਾਰਡ ਰੱਖਦੇ ਹਾਂ, ਉਸ ਤੋਂ ਬਾਅਦ ਨਹੀਂ ਰੱਖਦੇ। ਸੋ ਹੋਰ ਵੀ ਕੋਈ ਤਰਕ ਦਿੱਤੇ ਗਏ ਨੇ ਸੀਬੀਆਈ ਵੱਲੋਂ ਇਸ ਪੂਰੇ ਮਾਮਲੇ 'ਚ, ਔਰ ਅੱਜ ਕੀ ਰਿਹਾ ਪੂਰੀ ਸੁਣਵਾਈ ਦੇ ਦੌਰਾਨ? ਵਿਜੇ, ਜਦੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਮਿਲੀ ਸੀਗੀ ਤਾਂ ਸਰਕਾਰੀ ਵਕੀਲ, ਯਾਨੀ ਕਿ ਸਰਕਾਰੀ ਵਕੀਲ ਪੰਜਾਬ ਸਰਕਾਰ ਦੇ ਵਿੱਚ ਵਕੀਲ ਹੈ, ਉਹਨਾਂ ਨੇ ਇੱਕ ਮੈਗਜ਼ੀਨ ਦਾ ਇੱਕ ਜਿਹੜਾ ਲੇਖ ਸੀਗਾ ਉਹ ਕੋਰਟ ਵਿੱਚ ਦੱਸਿਆ ਸੀਗਾ ਕਿ ਇਸ ਮੈਗਜ਼ੀਨ ਤੇ ਏਦਾਂ ਦਾ ਲਿਖਿਆ ਸੀਗਾ। ਤਾਂ ਵੀ ਕੋਰਟ ਨੇ ਕਿਹਾ ਸੀਗਾ ਕਿ ਸਿਰਫ ਇੱਕ ਮੈਗਜ਼ੀਨ ਤੇ ਲਿਖੇ ਲੇਖ ਦੇ ਜ਼ਰੀਏ ਤੁਸੀਂ ਸਾਬਿਤ ਨਹੀਂ ਕਰ ਸਕਦੇ। ਤੇ ਹੁਣ ਪੰਜਾਬ ਪੁਲਿਸ ਨੇ ਇੱਕ ਐਪਲੀਕੇਸ਼ਨ ਪਾਈ ਹੈ ਔਰ ਸੀਬੀਆਈ ਨੂੰ ਕਿਹਾ ਹੈ ਕਿ ਸਾਨੂੰ ਜਿਹੜੇ ਰਿਕਾਰਡ ਤੁਸੀਂ ਇਨਵੈਸਟੀਗੇਸ਼ਨ ਕੀਤੀ ਸੀ ਉਹ ਸਾਨੂੰ ਰਿਕਾਰਡ ਦਿਓ, ਅਸੀਂ ਤਾਂ ਕਿ ਦੁਬਾਰਾ ਤੋਂ, ਕਿਉਂਕਿ ਇਹ ਮਾਮਲਾ ਹੁਣ 29 ਸਾਲ ਪੁਰਾਣਾ ਹੈ, FIR ਮਲੋਟ ਥਾਣੇ 'ਚ ਹੋਈ ਹੈ, ਅਸੀਂ ਇੱਕ ਰੀ ਇਨਵੈਸਟੀਗੇਸ਼ਨ ਕਰਾਂਗੇ, ਸਾਰੇ ਮਾਮਲੇ ਦੀ ਤਹਿ ਤੱਕ ਜਾਵਾਂਗੇ। ਲੇਕਿਨ ਸੀਬੀਆਈ ਨੇ ਜਵਾਬ ਦਿੱਤਾ ਕਿ 2011 ਵਿੱਚ ਜਦੋਂ FIR ਸੁਪਰੀਮ ਕੋਰਟ ਨੇ ਕਵੈਸ਼ ਕਰਤੀ ਸੀ, ਅਸੀਂ ਉਸ ਤੋਂ ਬਾਅਦ ਇਹ ਜਿਹੜਾ ਰਿਕਾਰਡ ਹੈ ਵਾਪਸ ਕੰਸਰਨ ਡਿਪਾਰਟਮੈਂਟ ਨੂੰ ਦੇ ਦਿੱਤਾ ਸੀਗਾ। ਸਾਡੇ ਕੋਲ ਹਾਲੇ ਕੋਈ ਰਿਕਾਰਡ ਹੀ ਨਹੀਂ ਹੈ, ਕਿਉਂਕਿ ਸਿਰਫ 5 ਸਾਲਾਂ ਤੱਕ ਅਸੀਂ ਰਿਕਾਰਡ ਆਪਣੇ ਕੋਲ ਰੱਖਦੇ ਨੇ, ਫਿਰ ਅਸੀਂ ਉਸ ਰਿਕਾਰਡ ਨੂੰ ਜ਼ਰੂਰੀ ਨਹੀਂ ਸਮਝਦੇ। ਇਹ ਕਿਤੇ ਨਾ ਕਿਤੇ ਪੰਜਾਬ ਪੁਲਿਸ ਵਾਸਤੇ ਮੁਸ਼ਕਿਲ ਹੋ ਗਈ ਹੈ ਔਰ ਸੀਬੀਆਈ ਦਾ ਜਵਾਬ ਸਾਫ਼ ਹੈ ਵਿਜੇ, ਇਹ ਰਿਕਾਰਡ ਹੈ ਨਹੀਂ ਹੈ। ਇਹਦਾ ਮਤਲਬ ਕਿਉਂਕਿ ਕੰਸਰਨ ਡਿਪਾਰਟਮੈਂਟ ਤੋਂ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀਗੀ, ਡਿਫਰੈਂਟ ਇਨਵੈਸਟੀਗੇਸ਼ਨ ਦਾ ਦੌਰ ਚੱਲਿਆ ਔਰ ਸਬੂਤ ਜਿਹੜੇ ਜੁਟਾਏ ਸੀਗੇ ਉਹ ਰਿਕਾਰਡ ਉਹਨਾਂ ਨੇ ਵਾਪਸ ਕਰਤਾ, ਉਹਨਾਂ ਕੋਲ ਕੋਈ ਰਿਕਾਰਡ ਨਹੀਂ ਹੈ। ਹੁਣ ਇਹ ਪੰਜਾਬ ਪੁਲਿਸ ਲਈ ਵੀ ਇੱਕ ਵੱਡੀ ਮੁਸ਼ਕਿਲ ਹੈ ਕਿ ਉਹ ਇਨਵੈਸਟੀਗੇਸ਼ਨ ਕੀ ਕਰੇਗੀ ਅੱਗੇ। ਸੋ ਉਮੇਸ਼, ਇਹ ਸਮਝ ਸਕਦੇ ਹਾਂ ਵੀ ਜੇ ਹੁਣ ਇਹ ਸਾਰੇ ਫੈਕਟ ਸਾਹਮਣੇ ਆ ਗਏ ਨੇ ਵੀ ਕੋਈ ਰਿਕਾਰਡ ਹੀ ਨਹੀਂ ਹੈ, ਤਾਂ ਪੁਲਿਸ ਨੂੰ ਨਵੇਂ ਤਰੀਕੇ ਨਾਲ ਇੱਕ ਇਨਵੈਸਟੀਗੇਸ਼ਨ ਕਰਨੀ ਪਊਗੀ ਜਿਹੜੇ ਗਵਾਹ ਸਾਹਮਣੇ ਆਏ ਸੀ ਉਹਨਾਂ ਦੇ ਬੇਸ ਤੇ, ਜਾਂ ਪੁਲਿਸ ਦੇ ਕੋਲ ਕੁਝ ਹੈਗਾ ਰਿਕਾਰਡ ਪੰਜਾਬ ਪੁਲਿਸ ਕੋਲ? ਵਿਜੇ, 2 ਗਵਾਹ ਇਹਦੇ ਵਿੱਚ ਸਾਹਮਣੇ ਆਏ ਨੇ। ਇੱਕ ਵਕੀਲ ਹੈ ਹਾਈ ਕੋਰਟ ਦੀ ਗੁਰਸ਼ਨ ਮਾਨ, ਜੀਕੇ ਮਾਨ, ਉਹ ਜਦੋਂ ਪਹਿਲਾਂ ਇੱਕ ਸੁਣਵਾਈ ਹੋਈ ਸੀ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ, ਉੱਥੇ ਉਹ ਸਾਹਮਣੇ ਆਏ ਸੀਗੇ ਔਰ ਉਹਨੇ ਕੋਰਟ ਵਿੱਚ ਕਿਹਾ ਸੀ ਕਿ ਉਹ ਗਵਾਹ ਦੇਣਾ ਚਾਹੁੰਦੇ ਨੇ। ਉਹਨਾਂ ਨੇ ਪੁਲਿਸ ਨੂੰ ਕਿਹਾ ਕਿ ਪਹਿਲਾਂ ਤੁਸੀਂ ਪੁਲਿਸ ਕੋਲ ਜਾ ਕੇ ਆਪਣੀ ਗਵਾਹੀ ਦਰਜ ਕਰਾਓ। ਇੱਕ ਹੋਰ ਇੱਕ ਗਵਾਹ, ਯਾਨੀ ਕਿ 2 ਗਵਾਹ ਇਸ ਮਾਮਲੇ 'ਚ ਹੈਗੇ ਨੇ। ਲੇਕਿਨ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਕਿਆ ਹੁਣ ਪੁਲਿਸ ਨੂੰ ਨਵੇਂ ਸਿਰੇ ਤੋਂ, ਬਿਲਕੁਲ, ਕਿਉਂਕਿ ਜਦੋਂ ਸੀਬੀਆਈ ਵਰਗੀ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਹੈਗੀ ਹੈ ਉਹਦੇ ਕੋਲ ਅਗਰ ਰਿਕਾਰਡ ਨਹੀਂ ਹੈ, ਇਟ ਮੀਨਸ ਕਿ ਪੁਲਿਸ ਨੂੰ ਦੁਬਾਰਾ ਤੋਂ ਆਪਣੀ ਇਨਵੈਸਟੀਗੇਸ਼ਨ ਇੱਕ ਜ਼ਮੀਨ ਤੋਂ, ਕਹਿੰਦੇ ਨੇ, ਗਰਾਊਂਡ ਜ਼ੀਰੋ ਤੋਂ ਸ਼ੁਰੂ ਕਰਨੀ ਪੈਣੀ। ਔਰ ਕਿੰਨਾ ਚਿਰ ਸੀਬੀਆਈ ਨੇ ਇਸ ਦੀ ਜਾਂਚ ਕੀਤੀ ਸੀ ਵਿਜੇ? ਕਿਉਂਕਿ ਜਦੋਂ ਕੇਸ ਸੀਬੀਆਈ ਕੋਲ ਆਇਆ ਸੀਗਾ, ਸੀਬੀਆਈ ਨੇ ਵੀ ਕਾਫੀ ਇਹਦੇ ਵਿੱਚ ਕਿਉਂਕਿ 2011 ਤੋਂ ਪਹਿਲਾਂ ਜਦੋਂ ਕੇਸ ਆਇਆ ਉਹਨਾਂ ਕੋਲ ਔਰ 2011 'ਚ ਸੁਪਰੀਮ ਕੋਰਟ 'ਚ ਗਿਆ, 2-3 ਸਾਲ ਸੀਬੀਆਈ ਨੇ ਦੀ ਇਨਕੁਆਇਰੀ ਕੀਤੀ ਹੈ, ਸਬੂਤ ਜਿਹੜੇ ਸੀਗੇ ਇਨਵੈਸਟੀਗੇਸ਼ਨ ਤੇ ਉਹ ਜੁਟਾਏ ਸੀਗੇ। ਲੇਕਿਨ ਗੱਲ ਮੁਸ਼ਕਲ ਹੋਈ ਹੈ ਕਿ ਹੁਣ ਜਦੋਂ ਹੱਥ ਖੜੇ ਕਰਤੇ ਸੀਬੀਆਈ ਨੇ ਕਿ ਰਿਕਾਰਡ ਹੈ ਹੀ ਨਹੀਂ ਹੈ, ਤੇ ਹੁਣ ਪੰਜਾਬ ਪੁਲਿਸ ਨੂੰ ਦੇਖਣਾ ਹੋਏਗਾ ਕਿ ਉਹ ਕਿੱਦਾਂ ਦੀ ਇਨਕੁਆਇਰੀ ਕਰੇਗੀ, ਕਿਆ ਦੁਬਾਰਾ ਤੋਂ ਸਾਰੇ ਸਬੂਤ ਜੁਟਾਣੇ ਪੈਣੇ, ਕਿਉਂਕਿ ਜਦੋਂ ਮਾਮਲਾ ਤੁਸੀਂ FIR ਦਰਜ ਕਰਦੇ ਹੋ ਤਾਂ ਤੁਹਾਨੂੰ ਇਨਵੈਸਟੀਗੇਸ਼ਨ ਵੀ ਕਰਨੀ ਪੈਂਦੀ ਹੈ। ਠੀਕ ਹੈ। ਧੰਨਵਾਦ ਉਮੇਸ਼ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਕਾਫੀ ਨਵੇਂ ਮੋੜ ਇਸ ਮਾਮਲੇ 'ਚ ਆਉਂਦੇ ਦਿਖ ਰਹੇ ਨੇ, ਖਾਸ ਤੌਰ ਤੇ ਕਿਉਂਕਿ ਜਦੋਂ ਵੀ ਇਸ ਮਾਮਲੇ ਦਾ ਜ਼ਿਕਰ ਹੋਇਆ ਤਾਂ ਉਸ ਦੇ ਵਿੱਚ ਸੀਬੀਆਈ ਇਨਕੁਆਇਰੀ ਦਾ ਜ਼ਿਕਰ ਜ਼ਰੂਰ ਹੁੰਦਾ ਰਿਹਾ ਕਿ ਸੀਬੀਆਈ ਨੇ ਇਸ ਮਾਮਲੇ ਦੀ ਇਨਕੁਆਇਰੀ ਕੀਤੀ ਸੀ, ਪਰ ਬਾਅਦ 'ਚੋਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੀਬੀਆਈ ਕੋਲੋਂ ਇਹ ਇਨਕੁਆਇਰੀ ਜਿਹੜੀ ਸੀ ਵਾਪਸ ਲੈ ਲਈ ਗਈ ਸੀ। ਸੋ ਹੁਣ ਸੀਬੀਆਈ ਨੇ ਜੋ ਅਦਾਲਤ ਦੇ ਵਿੱਚ ਜਵਾਬ ਦਿੱਤਾ, ਉਹਨਾਂ ਨੇ ਇਹ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ 5 ਸਾਲ ਤੱਕ ਰਿਕਾਰਡ ਰੱਖਦੇ ਹਾਂ, ਜੋ ਅਸੀਂ ਉਸ ਵੇਲੇ ਇਨਕੁਆਇਰੀ ਕੀਤੀ ਸੀ ਉਸ ਦਾ ਰਿਕਾਰਡ ਅੱਜ ਸਾਡੇ ਕੋਲ ਨਹੀਂ ਹੈ। ਇਹ ਸੀਬੀਆਈ ਨੇ ਜਾਣਕਾਰੀ ਦਿੱਤੀ ਹੈ। ਉਸ ਤੋਂ ਬਾਅਦ ਹੁਣ ਕਈ ਤਰ੍ਹਾਂ ਦੇ ਸਵਾਲ ਨੇ ਕਿ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਇਸ ਜਾਂਚ ਨੂੰ ਅੱਗੇ ਵਧਾਏਗੀ। ਕੀ ਪੰਜਾਬ ਪੁਲਿਸ ਨਵੇਂ ਸਿਰੇ ਤੋਂ ਇਸ ਮਾਮਲੇ ਦੀ ਜਾਂਚ ਕਰੇਗੀ? ਉਹਨਾਂ ਸਾਰੇ ਗਵਾਹਾਂ ਦੇ ਬਿਆਨ ਨਵੇਂ ਸਿਰਿਓਂ ਦਰਜ ਹੋਣਗੇ? ਪੰਜਾਬ ਪੁਲਿਸ ਦੀ ਜਿਹੜੀ ਵਿਸ਼ੇਸ਼ ਟੀਮ ਹੈ ਉਹ ਕਿਸ ਤਰੀਕੇ ਨਾਲ ਇਸ ਮਾਮਲੇ ਨੂੰ ਅੱਗੇ ਵਧਾਏਗੀ? ਇਹ
ਕਾਫੀ ਅਹਿਮ ਰਹੇਗਾ ਆਉਣ ਵਾਲੇ ਦਿਨਾਂ 'ਚ ਦੇਖਣਾ। ਤੇ ਗੱਲ ਸਿੱਧੂ ਮੂਸੇਵਾਲਾ ਦੀ। ਮੂਸੇਵਾਲਾ ਤੇ ਪੁਲਿਸ ਮਿਹਰਬਾਨ ਕਿਉਂ ਹੈ? ਨਾਭਾ 'ਚ ਪੁਲਿਸ ਦੇ ਹੱਥ ਆਇਆ ਮੂਸੇਵਾਲਾ ਕਿਉਂ ਛੱਡ ਦਿੱਤਾ ਗਿਆ? ਫਾਇਰਿੰਗ ਮਾਮਲੇ 'ਚ ਮੂਸੇਵਾਲਾ ਦੀ ਪੁਲਿਸ ਨੂੰ ਪਾਲ ਹੈ, ਵਾਂਟਡ ਹੈ। ਉਸਦੇ ਉੱਪਰ ਅਸਲਾ ਐਕਟ ਦੀ ਧਾਰਾ ਲੱਗੀ ਹੋਈ ਹੈ, ਆਰਮਜ਼ ਐਕਟ ਦੀ ਧਾਰਾ ਲੱਗੀ ਹੋਈ ਹੈ। ਉਸਦੇ ਬਾਵਜੂਦ ਪੁਲਿਸ ਮੂਸੇਵਾਲਾ ਨੂੰ ਰੋਕਦੀ ਹੈ ਕਿਉਂਕਿ ਗੱਡੀ ਦੇ ਸ਼ੀਸ਼ੇ ਕਾਲੇ ਸੀ। 2 ਗੱਡੀਆਂ ਸੀ, ਦੋਨਾਂ ਦੇ ਸ਼ੀਸ਼ੇ ਕਾਲੇ ਸੀ ਤਾਂ ਕਾਲੇ ਸ਼ੀਸ਼ਿਆਂ ਦਾ ਚਲਾਨ ਕੱਟ ਕੇ ਮੂਸੇਵਾਲਾ ਨੂੰ ਜਾਣ ਦਿੱਤਾ ਗਿਆ। ਸੋ ਸਵਾਲ ਇਸ ਕਰਕੇ ਸਿਸਟਮ ਤੇ ਖੜੇ ਹੋ ਰਹੇ ਨੇ ਕਿ ਕੀ ਜੇ ਕਿਸੇ ਆਮ ਵਿਅਕਤੀ ਤੇ ਧਾਰਾ ਲੱਗੀ ਹੁੰਦੀ ਤਾਂ ਪੁਲਿਸ ਉਸ ਨੂੰ ਜਾਣ ਦਿੰਦੀ? ਸੋ ਕਿਤੇ ਨਾ ਕਿਤੇ ਇਹ ਮੂਸੇਵਾਲਾ ਦਾ ਪ੍ਰਭਾਵ ਮੰਨਿਆ ਜਾ ਰਿਹਾ, ਜਿਸ ਕਰਕੇ ਉਹ ਆਰਾਮ ਨਾਲ ਆਪਣਾ ਚਲਾਨ ਕਟਵਾ ਕੇ ਚੱਲਦੇ ਬਣੇ ਕਿਉਂਕਿ AK-47 ਦਾ ਮਾਮਲਾ ਹੈ। AK-47 ਮਾਮਲੇ 'ਚ ਅਸਲਾ ਐਕਟ ਦੇ ਤਹਿਤ ਕੇਸ ਦਰਜ ਹੋਇਆ ਹੈ, ਪਰ ਇਸ ਦੇ ਬਾਵਜੂਦ ਪੁਲਿਸ ਰੋਕ ਨਹੀਂ ਸਕੀ। ਬਰਨਾਲਾ ਤੋਂ ਮੇਰੇ ਸਹਿਯੋਗੀ ਆਸ਼ੀਸ਼ ਸ਼ਰਮਾ ਜੁੜੇ ਨੇ, ਬਰਨਾਲਾ ਜਿੱਥੇ ਕੇਸ ਦਰਜ ਹੋਇਆ ਸੀ। ਆਸ਼ੀਸ਼, ਹਾਲਾਂਕਿ ਕੱਲ ਬੜੇ ਤਰਕ ਇਧਰੋਂ ਉਧਰੋਂ ਪੁਲਿਸ ਨੇ ਦਿੱਤੇ ਨੇ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ, ਇਸ ਕਰਕੇ ਨਹੀਂ ਫੜਿਆ। SP ਦੇ ਨਾਲ ਵੀ ਕੱਲ ਗੱਲ ਹੋ ਰਹੀ ਸੀ। ਬਰਨਾਲਾ ਦੇ SP ਕਹਿ ਰਹੇ ਸੀ ਕਿ ਨਹੀਂ ਜੀ ਉਹ ਬਿਲਕੁਲ ਵਾਂਟਡ ਹੈ ਔਰ ਉਸ ਨੂੰ ਕਿਵੇਂ ਛੱਡ ਦਿੱਤਾ ਗਿਆ, ਇਹ ਸਵਾਲ ਤਾਂ ਹੈ ਹੀ। ਸੋ ਕੀ ਬਰਨਾਲਾ ਪੁਲਿਸ ਦਾ ਕੀ ਪ੍ਰਤੀਕਰਮ ਹੈ? ਬਰਨਾਲਾ ਪੁਲਿਸ ਇਸ ਵੇਲੇ ਕੀ ਕਹਿ ਰਹੀ ਹੈ? ਕੀ ਉਹ ਮੰਨਦੀ ਹੈ ਕਿ ਸਾਡੇ ਤੋਂ ਗਲਤੀ ਹੋਈ ਹੈ, ਨਹੀਂ ਛੱਡਣਾ ਚਾਹੀਦਾ ਸੀ? ਜਦੋਂ ਪਹਿਲੇ ਦਿਨ ਤੋਂ ਜਦੋਂ ਇਹ ਕੇਸ ਆਇਆ ਸੀ ਬਰਨਾਲਾ ਦੇ, ਪਤਾ ਚੱਲਿਆ ਸੀ ਕਿ ਬਰਨਾਲੇ ਦੇ ਇੱਕ ਬੜਵਰ ਦੇ ਏਰੀਆ 'ਚ ਇਹ ਸ਼ੂਟਿੰਗ ਰੇਂਜ ਤੇ ਇਹ ਇੱਕ ਟਿੱਬੇ ਦੇ ਅੱਗੇ AK-47 ਨਾਲ ਫਾਇਰਿੰਗ ਕੀਤੀ ਗਈ ਹੈ। ਉਸ ਦੌਰਾਨ ਵੀ ਜਦੋਂ ਅਸੀਂ ਪੁਲਿਸ ਨਾਲ ਸੰਪਰਕ ਕੀਤਾ ਸੀ, ਚਾਹੇ ਬਰਨਾਲਾ SSP ਹੋਣ ਜਾਂ SP ਹੋਣ ਜਾਂ DSP, ਪਰ ਸਾਰਿਆਂ ਦਾ ਇਸ ਨੂੰ ਇਗਨੋਰ ਕੀਤਾ ਜਾ ਰਿਹਾ ਸੀ ਤੇ ਇਹਨੂੰ ਗੱਲ ਨੂੰ ਦਬਾਇਆ ਜਾ ਰਿਹਾ ਸੀ। ਪਰ ਫਿਰ ਵੀ ਸਾਡੀ ਟੀਮ ਜਦੋਂ ਉੱਥੇ ਪਹੁੰਚ ਗਈ, ਜਗ੍ਹਾ ਲੱਭ ਲਈ, ਤੋਂ ਬਾਅਦ ਪੁਲਿਸ ਵੀ ਉੱਥੇ ਪਹੁੰਚ ਗਈ ਸੀ ਤੇ ਮੌਕੇ ਤੇ ਜਿਹੜੇ ਇੱਥੇ ਗਵਾਹ ਸੀ ਉਹਨਾਂ ਨੇ ਜ਼ਰੂਰ ਦੱਸਿਆ ਕਿ ਇੱਥੇ 20 ਤੋਂ 25 ਪੁਲਿਸ ਮੁਲਾਜ਼ਮ ਸੀ। ਹਾਲਾਂਕਿ ਉਹ ਜਿਹੜੀ ਵੀਡੀਓ 'ਚ ਜਿੰਨੇ ਆ ਰਹੇ ਸੀ ਉਹਨਾਂ ਦੇ ਖਿਲਾਫ ਹੀ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ। ਟੋਟਲ 5 ਪੁਲਿਸ ਮੁਲਾਜ਼ਮ ਸੀ, 4 ਸਿੱਧੂ ਮੂਸੇਵਾਲੇ ਸਮੇਤ ਇਹਦੇ ਦੋਸਤ 9 ਜਣੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਅਸੀਂ ਕਈ ਵਾਰ ਜਾਣਕਾਰੀ ਪੁੱਛੀ। ਪੁਲਿਸ ਨੇ ਕਿਹਾ ਕਿ ਅਸੀਂ ਰੇਡ ਕੀਤੀ ਹੈ, ਘਰੇ ਤਾਲਾ ਲੱਗਿਆ ਹੋਇਆ, ਪਰ ਹਾਲਾਂਕਿ ਉਸ ਤੋਂ ਬਾਅਦ ਇਹ ਵੀ ਖਬਰ ਆਈ ਕਿ ਸਿੱਧੂ ਮੂਸੇਵਾਲਾ ਆਪਣੇ ਖੇਤਾਂ 'ਚ ਟਰੈਕਟਰ ਤੇ ਗੇੜੇ ਦੇ ਰਿਹਾ। ਉੱਥੇ ਵਿਵਾਦ ਵੀ ਆਇਆ ਉੱਚੇ ਗਾਣੇ ਲੈ ਕੇ। ਤੇ ਉਸ ਤੋਂ ਬਾਅਦ ਜਿਵੇਂ ਲਗਾਤਾਰ ਪੁਲਿਸ ਨੂੰ ਸੰਪਰਕ 'ਚ ਆਇਆ, ਪਰ ਪੁਲਿਸ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਸਾਨੂੰ ਬਰਨਾਲਾ ਪੁਲਿਸ ਨੇ ਕੋਈ ਨਹੀਂ ਦੱਸਿਆ ਕਿ ਅਸੀਂ ਰੇਡ ਕਰ ਰਹੇ ਹਾਂ ਜਾਂ ਉਹਨੂੰ ਬੁਲਾ ਰਹੇ ਹਾਂ ਜਾਂ ਉਹਦੇ ਬਿਆਨ ਦਰਜ ਕਰਨ ਵਾਸਤੇ ਕੋਈ ਉਹਨੂੰ ਨੋਟਿਸ ਭੇਜਿਆ ਗਿਆ। ਹਾਲਾਂਕਿ ਜਿਵੇਂ ਕੱਲ ਨਾਭੇ ਵਿੱਚ ਸਿੱਧੂ ਮੂਸੇਵਾਲਾ ਦੇਖਿਆ ਵੀ ਗਿਆ, ਚਲਾਨ ਵੀ ਹੋਇਆ, ਪੁਲਿਸ ਵੀ ਨੇ ਵੀ ਫੜਿਆ ਤੇ ਐਡਵੋਕੇਟ ਜਿਹੜੇ ਹਾਈ ਕੋਰਟ ਦੇ ਸੀ ਉਹਨਾਂ ਨੇ ਮੌਕੇ ਤੇ ਰਵੀ ਜੋਸ਼ੀ, ਉਹਨਾਂ ਨੇ ਮੌਕੇ ਤੇ ਪੁਲਿਸ ਇੰਸਪੈਕਟਰ ਉਹਨਾਂ ਨੇ ਗੱਲ ਵੀ ਕੀਤੀ, ਰਿਕਾਰਡਿੰਗ ਵੀ ਵਾਇਰਲ ਹੋਈ ਆ ਉਹ। ਤੇ ਉਸ ਤੋਂ ਬਾਅਦ ਵੀ ਦੇਖਣ ਨੂੰ ਮਿਲਿਆ ਕਿ ਉਹਨੂੰ ਚਲਾਨ ਕੱਟ ਕੇ ਭੇਜ ਦਿੱਤਾ ਗਿਆ। ਹਾਲਾਂਕਿ ਪੁਲਿਸ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਇੱਕ ਇਹੋ ਜਿਹੀ ਜਿਹੜੀ ਲੋਕਾਂ ਦੀ ਚਰਚਾ ਦਾ ਵਿਸ਼ਾ ਜੋ ਬਣਿਆ ਹੋਇਆ ਕਿ ਉਹ ਸਿੱਧੂ ਮੂਸੇਵਾਲੇ ਨੂੰ ਪੁਲਿਸ ਕਿਉਂ ਨਹੀਂ ਫੜ ਰਹੀ ਤੇ ਪੁਲਿਸ ਨੇ ਕੀ ਉਹਦੇ ਰਿਲੇਸ਼ਨ ਨੇ ਤੇ ਜਿਹੜੇ ਜਿਸ ਦੂਜੀ। ਆਸ਼ੀਸ਼ ਸ਼ਰਮਾ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਕਿ ਸਿੱਧੂ ਮੂਸੇਵਾਲਾ ਨੂੰ ਲੈ ਕੇ ਸਵਾਲ ਇਹੀ ਹੈ ਜੋ ਆਸ਼ੀਸ਼ ਵੀ ਗੱਲ ਕਰ ਰਹੇ ਨੇ ਕਿ ਪੁਲਿਸ ਇੰਨੀ ਮਿਹਰਬਾਨ ਕਿਉਂ ਹੈ। ਇਹ ਵੀ ਪਤਾ ਲੱਗਿਆ ਸੀ ਕਿ ਕੱਲ ਨਾਭਾ ਦੇ ਵਿੱਚ ਸਿੱਧੂ ਮੂਸੇਵਾਲਾ ਨਾਭਾ ਦੇ ਨੇੜੇ ਇੱਕ ਆਪਣੇ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਪਹੁੰਚੇ ਸੀ। ਅੰਮ੍ਰਿਤ ਮਾਨ ਦੇ ਨਾਲ ਉਹਨਾਂ ਦਾ ਕੋਈ ਗਾਣਾ ਆ ਰਿਹਾ, ਉਸ ਦੀ ਸ਼ੂਟਿੰਗ ਚੱਲ ਰਹੀ ਸੀ ਔਰ ਉਸ ਦੀ ਸ਼ੂਟਿੰਗ ਦੇ ਲਈ ਪਹੁੰਚੇ ਸੀ। ਸੋ ਸਵਾਲ ਇਹ ਵੀ ਬਣਦਾ ਹੈ ਕਿ ਜੋ ਇੱਕ ਵਾਂਟਡ ਮੁਲਜ਼ਮ ਹੈ ਜਿਸ ਦੇ ਉੱਪਰ ਧਾਰਾਵਾਂ ਲੱਗੀਆਂ ਨੇ ਅਸਲਾ ਐਕਟ ਦੀਆਂ, ਉਸ ਨੂੰ ਕਿਸ ਤਰੀਕੇ ਨਾਲ ਸ਼ੂਟਿੰਗ ਕਰਨ ਦੀਆਂ ਪਰਮਿਸ਼ਨਾਂ ਮਿਲ ਜਾਂਦੀਆਂ ਨੇ, ਕਿਸ ਤਰੀਕੇ ਨਾਲ ਉਹ ਬੇਖੌਫ ਘੁੰਮਦੇ ਨੇ। ਸਵਾਲ ਪੁਲਿਸ ਸਿਸਟਮ ਤੇ ਨੇ। ਉਹੀ ਪੁਲਿਸ ਜਿਸ ਦੀ ਤਾਰੀਫ ਹੋ ਰਹੀ ਹੈ ਕਰੋਨਾ 'ਚ ਕੰਮ ਕਰਨ ਨੂੰ ਲੈ ਕੇ, ਜੋ ਪੁਲਿਸ ਮੈਂ ਹਾਂ ਹਰਜੀਤ ਸਿੰਘ ਦੇ ਟੈਗ ਲਗਾਉਂਦੀ ਹੈ, ਜਿਸ ਪੁਲਿਸ ਤੇ ਫੁੱਲ ਬਰਸਾਏ ਜਾਂਦੇ ਨੇ, ਔਰ ਫਿਰ ਜਦੋਂ ਇਹੋ ਜਿਹੀ ਕਾਰਗੁਜ਼ਾਰੀ ਸਾਹਮਣੇ ਆਉਂਦੀ ਹੈ ਕਿ ਤੁਸੀਂ ਆਮ ਲੋਕਾਂ ਨੂੰ ਇੱਕ ਵੱਖਰੇ ਪਲੜੇ 'ਚ ਤੋਲਦੇ ਹੋ ਤੇ ਇੱਕ ਜਿਹੜਾ ਕੋਈ ਐਸਾ ਪ੍ਰਭਾਵ ਵਾਲਾ ਵਿਅਕਤੀ ਹੁੰਦਾ ਉਸ ਨੂੰ ਵੱਖਰੇ ਪਲੜੇ ਦੇ ਵਿੱਚ ਤੋਲਦੇ ਹੋ, ਫਿਰ ਸਵਾਲ ਉੱਠਦੇ ਨੇ ਕਿ ਸ਼ਰੇਆਮ ਕੈਮਰਿਆਂ ਦੇ ਵਿੱਚ ਵੀ ਆਇਆ, ਪੁਲਿਸ ਨੇ ਬਿਠਾਇਆ, ਪੁਲਿਸ ਦੀ ਧਿਆਨ ਦੇ ਵਿੱਚ ਵੀ ਆਇਆ। SHO ਨੂੰ ਬਕਾਇਦਾ ਇੱਕ ਹਾਈ ਕੋਰਟ ਦੇ ਵਕੀਲ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਇਹ ਵਾਂਟਡ ਹੈ, ਪਰ ਉਸ ਦੇ ਬਾਵਜੂਦ ਫਿਰ ਜਾਣ ਦਿੱਤਾ ਗਿਆ ਇਨਵੈਸਟੀਗੇਸ਼ਨ ਜੁਆਇਨ ਕਰ ਲਈ। ਫਿਰ ਤੇ ਹਰ ਕੇਸ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਕਹਿ ਦਿਓ ਜਿਸ ਤੇ ਵੀ ਸਖਤ ਧਾਰਾਵਾਂ ਲੱਗੀਆਂ ਨੇ ਕਿ ਕੋਈ ਗੱਲ ਨਹੀਂ, ਇਸ ਨੂੰ ਗ੍ਰਿਫਤਾਰ ਨਹੀਂ ਕਰਨਾ ਕਿਉਂਕਿ ਇਨਵੈਸਟੀਗੇਸ਼ਨ ਜੁਆਇਨ ਕਰੇਗਾ। ਸੋ ਇਸ ਤਰੀਕੇ ਦੇ ਜਿਹੜੇ ਪੁਲਿਸ ਦੀ ਕਾਰਗੁਜ਼ਾਰੀ ਹੈ, ਇਸ ਤੇ ਸਵਾਲ ਉੱਠਣੇ ਲਾਜ਼ਮੀ ਨੇ, ਉੱਠ ਵੀ ਰਹੇ ਨੇ ਕਿ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਤੇ ਪੁਲਿਸ ਇੰਨੀ ਮਿਹਰਬਾਨ ਕਿਉਂ ਹੈ। ਤੇ ਹਾਈ ਕੋਰਟ ਦੇ ਜਿਸ ਵਕੀਲ ਦਾ ਜ਼ਿਕਰ ਹੋ ਰਿਹਾ ਰਵੀ ਜੋਸ਼ੀ, ਜਿਨ੍ਹਾਂ ਵੱਲੋਂ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ, ਉਸ ਵਕੀਲ ਵੱਲੋਂ
ਉੱਥੋਂ ਦੇ ਮੌਕੇ ਦੇ SHO ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਸੀ, ਟੈਲੀਫੋਨਿਕ ਗੱਲਬਾਤ ਹੋਈ ਸੀ, ਉਹ ਕਨਵਰਸੇਸ਼ਨ ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਗੱਲਬਾਤ ਹੋਈ ਸੀ ਹਾਈ ਕੋਰਟ ਦੇ ਵਕੀਲ ਤੇ ਉਸ ਮੌਕੇ ਦੇ SHO ਦੇ ਵਿਚਾਲੇ ਜੋ ਉਸ ਵੇਲੇ ਸਿੱਧੂ ਮੂਸੇਵਾਲਾ ਦਾ ਚਲਾਨ ਕੱਟ ਰਹੇ ਸਨ। हेलो चीमा साहब। हाँ जी चीमा साहब रवि जोशी एडवोकेट बोल रहे हैं हाई कोर्ट ਤੋਂ। हाँ जी हाँ जी हाँ जी ਸਰ ਇੱਕ ਬੋਰਾ ਗੇਟ ਕੋਲੇ ਹੁਣੇ ਕਹਿੰਦੇ ਇਹ ਸਿੱਧੂ ਮੂਸੇਵਾਲੇ ਨੂੰ ਫੜਿਆ। हाँ जी हाँ जी हाँ जी ਹਾਂਜੀ ਹਾਂਜੀ ਫੜ ਲਿਆ ਭਾਜੀ। हाँ रोकया होया जी सर लाइसेंस चलान कट रहे हैं जी। ਨਹੀਂ ਚਲਾਨ ਨਹੀਂ ਬਾਈ ਜੀ, ਇਹਦੇ ਅਗੇਂਸਟ FIR ਦਰਜ ਹੈ। ਮੈਂ ਜਿਹਨੇ PAL ਪਾਈ ਸੀਗੀ, ਮੈਂ ਰਵੀ ਜੋਸ਼ੀ ਹਾਂਜੀ। ਐਡਵੋਕੇਟ ਬੋਲ ਰਿਹਾ ਹਾਈ ਕੋਰਟ ਤੋਂ, ਤੇ ਇਹਨੂੰ ਅਰੈਸਟ ਕਰੋ। ਇਹਦੇ ਅਗੇਂਸਟ ਨਾਨ ਅਵੇਲੇਬਲ ਵਾਰੰਟ ਨੇ। कोई गल नहीं रोक लेने जी, कोई गल नहीं। ਅਸੀਂ ਭੇਜਦੇ ਨਹੀਂ ਜਿੰਨਾ ਚਿਰ ਅਫਸਰ ਨਹੀਂ ਕਹਿੰਦੇ ਜੀ। ਨਹੀਂ ਬਾਈ ਜੀ ਅਫਸਰ ਨਹੀਂ, ਮੈਂ ਤੁਹਾਡੀ ਆਵਾਜ਼ ਆਪਣੇ ਗੱਲ ਰਿਕਾਰਡ ਕਰ ਰਿਹਾ। ਤੁਸੀਂ ਇਹਨੂੰ ਅਰੈਸਟ ਕੋਈ ਗੱਲ ਡਜ਼ਨਟ ਮੈਟਰ ਜੀ। ਮੈਂ ਪਹਿਲਾਂ ਚਲਾਨ ਕੱਟ ਰਿਹਾ, ਮੈਂ ਇਸ ਪਰ ਤਾਂ ਲਾਅ ਕਰ ਰਿਹਾ। ਮੈਂ ਜਿੰਨਾ ਚਿਰ ਮੇਰੇ ਅਫਸਰ ਨਹੀਂ ਕਹਿੰਦੇ ਜਾਂ ਮੈਨੂੰ ਕਨਫਰਮੇਸ਼ਨ ਨਹੀਂ ਕਰਵਾਉਣਾ ਜੇ ਮੈਂ ਛੱਡਦਾ ਨਹੀਂ ਜੀ। ਚੀਮਾ ਸਾਹਿਬ ਮੈਂ ਤੁਹਾਨੂੰ ਹੁਣੇ ਇਹਦੇ ਡਾਕੂਮੈਂਟ ਭੇਜ ਦਿੰਦਾ, ਤੁਸੀਂ ਇਹਨੂੰ ਅਰੈਸਟ ਕਰੋ। ਭੇਜੋ ਜੀ ਭੇਜੋ 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 ਜੀ ਭੇਜੋ ਮੈਨੂੰ ਕੋਈ। ਓਕੇ। ਤੇ ਸਿੱਧੂ ਮੂਸੇਵਾਲਾ ਖਿਲਾਫ ਜਿਵੇਂ ਪਟੀਸ਼ਨ ਦਾ ਅਸੀਂ ਜ਼ਿਕਰ ਕੀਤਾ, ਹਾਈ ਕੋਰਟ ਦੇ ਇਹ ਵਕੀਲ ਸੀ ਜਿਨ੍ਹਾਂ ਦੀ ਅਸੀਂ ਗੱਲਬਾਤ ਸੁਣਾਈ ਹੈ ਕਿ ਉਸ ਮੌਕੇ ਤੇ ਉਹਨਾਂ ਵੱਲੋਂ SHO ਨਾਲ ਗੱਲਬਾਤ ਕੀਤੀ ਗਈ ਸੀ, ਪਰ ਉਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੂੰ ਜਾਨ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ ਦੀ ਇਸ ਕਾਰਗੁਜ਼ਾਰੀ ਤੇ ਸਵਾਲ ਉੱਠ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਬਾਲੀਵੁੱਡ ਅਦਾਕਾਰ ਸੋਨੂ ਸੂਦ ਬਹੁਤ ਚਰਚਾ ਦੇ ਵਿੱਚ ਨੇ। ਪਿਛਲੇ ਦਿਨਾਂ ਦੇ ਵਿੱਚ ਸੋਨੂ ਸੂਦ ਵੱਲੋਂ ਜਿਸ ਤਰੀਕੇ ਦਾ ਕਿਰਦਾਰ ਨਿਭਾਇਆ ਗਿਆ ਹੈ, ਖਾਸ ਤੌਰ ਤੇ ਜਿਹੜੇ ਮਾਈਗ੍ਰੈਂਟ ਲੇਬਰ ਸੀ ਜਿਹੜੀ ਫਸੀ ਹੋਈ ਸੀ ਮਹਾਰਾਸ਼ਟਰ ਦੇ ਵਿੱਚ, ਉਹਨਾਂ ਦੇ ਘਰ ਭੇਜਣ ਨੂੰ ਲੈ ਕੇ, ਔਰ ਬਹੁਤ ਤਾਰੀਫ ਹਰ ਪਾਸੇ ਸੋਨੂ ਸੂਦ ਦੀ ਹੋਈ ਹੈ। ਪਰ ਹੁਣ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੇ ਸੋਨੂ ਸੂਦ ਤੇ ਸਵਾਲ ਚੱਕ ਦਿੱਤੇ ਨੇ ਔਰ ਇੱਕ ਨਿਸ਼ਾਨਾ ਸੋਨੂ ਸੂਦ ਤੇ ਲਾਇਆ ਗਿਆ ਹੈ। ਦਰਅਸਲ ਸ਼ਿਵ ਸੈਨਾ ਦਾ ਇੱਕ ਆਪਣਾ ਅਖਬਾਰ ਹੈ, ਆਪਣਾ ਪੇਪਰ ਹੈ ਸਾਹਮਣਾ। ਉਸ ਸਾਹਮਣਾ ਦੇ ਵਿੱਚ ਇੱਕ ਲੇਖ ਲਿਖਿਆ ਗਿਆ ਹੈ ਔਰ ਉਸ ਲੇਖ ਦੇ ਜ਼ਰੀਏ ਸੋਨੂ ਸੂਦ ਤੇ ਵਾਰ ਕੀਤਾ ਗਿਆ ਹੈ। ਲੇਖ ਦੇ ਵਿੱਚ ਕਿਹਾ ਗਿਆ ਹੈ ਕਿ ਲਾਕਡਾਊਨ ਦੇ ਵਿੱਚ ਅਚਾਨਕ ਸੋਨੂ ਸੂਦ ਕਿਵੇਂ ਮਹਾਤਮਾ ਪੈਦਾ ਹੋ ਗਿਆ। ਦਰਅਸਲ ਸੋਨੂ ਸੂਦ ਦੇ ਜ਼ਰੀਏ ਨਿਸ਼ਾਨਾ ਸ਼ਿਵ ਸੈਨਾ ਵੱਲੋਂ BJP ਤੇ ਲਾਉਣ ਦੀ ਕੋਸ਼ਿਸ਼ ਹੋਈ ਹੈ ਕਿ ਸੋਨੂ ਸੂਦ ਨੂੰ ਚਤੁਰਾਈ ਦੇ ਨਾਲ ਮਹਾਤਮਾ ਬਣਾਇਆ BJP ਨੇ, ਕਿ ਜਦੋਂ ਕਿ ਇਹ ਦੱਸਣ ਦੀ ਕੋਸ਼ਿਸ਼ ਹੈ ਜਾਂ ਲੋਕਾਂ ਦੇ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ਼ BJP ਕਰ ਰਹੀ ਹੈ ਸੋਨੂ ਸੂਦ ਦੇ ਜ਼ਰੀਏ ਕਿ ਸੂਬਾ ਸਰਕਾਰ ਨੇ ਮਜ਼ਦੂਰਾਂ ਦੇ ਲਈ ਕੁਝ ਨਹੀਂ ਕੀਤਾ, ਸੋਨੂ ਸੂਦ ਕਰ ਰਹੇ ਨੇ। ਔਰ ਅਗਲੇ ਦਿਨਾਂ ਦੇ ਵਿੱਚ ਸੋਨੂ ਸੂਦ ਨੂੰ ਇੱਕ ਵੱਡਾ ਚਿਹਰਾ ਬਣਾ ਕੇ BJP ਪੇਸ਼ ਕਰ ਸਕਦੀ ਹੈ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਸ ਸਾਹਮਣਾ ਦੇ ਲੇਖ ਦੇ ਵਿੱਚ ਕੀਤੀਆਂ ਗਈਆਂ ਨੇ। ਉਸ 'ਚ ਕਿਹਾ ਗਿਆ ਕਿ BJP ਸਰਕਾਰ ਸੋਨੂ ਸੂਦ ਦੇ ਜ਼ਰੀਏ ਮਹਾਰਾਸ਼ਟਰ ਸਰਕਾਰ ਨੂੰ ਨਾਕਾਮ ਸਾਬਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੈ। ਸੋ ਸਾਹਮਣਾ ਦੇ ਵਿੱਚ ਇਸ ਤੇ ਸਵਾਲ ਚੱਕੇ ਗਏ ਨੇ ਜੋ ਸੋਨੂ ਸੂਦ ਵੱਲੋਂ ਪਿਛਲੇ ਦਿਨੀ ਦੇ ਵਿੱਚ ਕਾਰਗੁਜ਼ਾਰੀ ਜਿਹੜੀ ਸੀ ਉਹ ਦਿਖਾਈ ਗਈ। ਤਰੁਣ ਚੁੱਗ ਸਾਡੇ ਨਾਲ ਜੁੜੇ ਨੇ, BJP ਦੇ ਸੀਨੀਅਰ ਆਗੂ ਨੇ। ਚੁੱਗ ਸਾਹਿਬ, ਸਾਹਮਣਾ ਦਾ ਲੇਖ ਤੁਸੀਂ ਵੀ ਪੜ੍ਹਿਆ ਹੋਣਾ, ਜੋ ਚਰਚਾ ਹੋ ਰਹੀ ਹੈ ਕਿ BJP ਸੋਨੂ ਸੂਦ ਦੇ ਜ਼ਰੀਏ ਸ਼ਿਵ ਸੈਨਾ ਸਰਕਾਰ ਨੂੰ ਨਾਕਾਮ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ है। थोड़ा प्रतिक्रम चाहवा। ऐसा है कि जेड़े लोग खुद टोटल लॉकडाउन अपने घरों बाहर नहीं निकले, ऐसे मुख्यमंत्री और जिन्हां लोगों ने मुंबई दी और महाराष्ट्र दी जनता नूं महामारी दे हवाले कर दिता और अज जिहड़ी हिंदुस्तान दी फाइनेंशियल कैपिटल महाराष्ट्र मुंबई है, वो अज हिंदुस्तान दी कोरोना कैपिटल बन गई। और एक आदमी बॉलीवुड का एडा वड्डा एक्टर अपना पंजाब का बच्चा वो उत्थे काम कर रहा है, लोगों को अपने पैसों चों अपने मित्रां दे पैसों नाल लोकां नूं रोटी खवा रहा है, पैसा भेज रहा है, घरां च वापस भेज रहा है। और ये बारे शब्द कहना मैं समझना ये अपनी नाकामी ते शिव सेना ने आप मोर लाती। सोनू सूद जो उत्थे कर रहा है ये पंजाब का कल्चर है, वंड खाना खंड खाना, ये सानू गुड़ती च मिलिया, लंगर साडी गुड़ती च है। उस गुड़ती दी गल्लां सोनू सूद ने साडा जिहड़ा मोगे दा बेटा है उन्हें जाके उत्थे कीती है। ते मैं समझना ये गल शिव सेना नूं समझ नहीं आ सकदी कि असी गुरुआं दे जिहड़े सानू संदेश मिले मानव की जात दा गल होर कही है। चुग साहब उन्होंने एक गल उस दे विच होर कही है उस लेख दे विच कि बहुत सारे जिहड़े उत्थे माइग्रेंट लेबर फसी हुई सी, ਅਸੀਂ ਵੀ ਉਹਨਾਂ ਨੂੰ ਘਰੇ ਭੇਜਣਾ ਚਾਹ ਰਹੇ ਸੀ ਪਰ ਸਾਨੂੰ ਪਰਮਿਸ਼ਨਾਂ ਨਹੀਂ ਮਿਲੀਆਂ। ਸੋਨੂ ਸੂਦ ਨੂੰ ਰਾਤੋਂ ਰਾਤ ਪਰਮਿਸ਼ਨਾਂ ਕਿਵੇਂ ਮਿਲ ਗਈਆਂ? ਇਸ ਹਵਾਲੇ ਦੇ ਨਾਲ ਉਹਨਾਂ ਨੇ ਨਿਸ਼ਾਨਾ ਲਾਇਆ। नहीं नहीं है, झूठ है। स्टेट ने परमिशन तो आप देनी है,
ਜਦੋਂ ਮੁੱਖ ਮੰਤਰੀ ਸ਼ਿਵ ਸੈਨਾ ਦਾ ਪਰਮਿਸ਼ਨ, ਅਸਲ 'ਚ ਤੇ ਉੱਥੇ ਲੜਾਈ ਹੈ, ਸ਼ਿਵ ਸੈਨਾ ਕਾਂਗਰਸ ਐਨਸੀਪੀ ਦੀ ਆਪਸ 'ਚ ਲੜਨ ਦੇ ਨੇ। ਇੱਕ ਆਦਮੀ ਸੈਲਫਲੈਸ, ਜਿਹਦੀ ਕੋਈ ਡਿਊਟੀ ਨਹੀਂ ਹੈ, ਸਿਰਫ ਇੱਕ ਮਾਨਵਤਾ ਦੇ ਨਾਤੇ ਮਾਨਸ ਕੀ ਜਾਤ ਸਭ ਇੱਕੋ ਪਹਿਚਾਨਬੋ, यूपी बिहार झारखंड दुनिया भर के लोगों ने उन्होंने उत्थे सेवा की, लंगर खवाया, जो हिंदुस्तान के अलग अलग कोने जाने वाले उन्होंने भेजा। और सचमुच एक महात्मा है। और साडी जी पंजाब की गुड़ती है कि असी संगत और पंगत की लंगर की सन गुड़ती च मिले। और ओरा बहुत बड़ा उदाहरण अज सोनू सूद महाराष्ट्र बनिया है। और समझना अज नूं चाहे महात्मा अज सामना ने कह दिता है, वो कटाक्ष कह, लेकिन सचमुच महात्मा का काम, एक अच्छे गुरु के भगत का काम उन्हें किया। ਧੰਨਵਾਦ ਚੁੱਗ ਸਾਹਿਬ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਦੇ ਲਈ। ਤਾਂ ਤਰੁਣ ਚੁੱਗ ਬੀਜੇਪੀ ਦੇ ਸੀਨੀਅਰ ਆਗੂ, ਉਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਹਾਲਾਂਕਿ ਉਹਨਾਂ ਨੇ ਸ਼ਿਵ ਸੈਨਾ ਸਰਕਾਰ ਤੇ ਨਿਸ਼ਾਨੇ ਲਾਏ ਨੇ ਕਿ ਸਰਕਾਰ ਦੀ ਨਾਕਾਮੀ ਜ਼ਰੂਰ ਹੈ, ਔਰ ਉਹ ਆਪਣੀ ਨਾਕਾਮੀ ਨੂੰ ਹੁਣ ਛੁਪਾਉਣ ਦੇ ਲਈ ਇਹੋ ਜਿਹੇ ਸਹਾਰੇ ਲੈ ਰਹੀ ਹੈ, ਕਿਸੇ ਐਸੇ ਵਿਅਕਤੀ ਤੇ ਨਿਸ਼ਾਨੇ ਲਾ ਕੇ ਜਿਹੜਾ ਵਿਅਕਤੀ ਨਿਰਸਵਾਰਥ ਲੋਕਾਂ ਦੀ ਸੇਵਾ ਕਰ ਰਿਹਾ ਹੈ। ਤੇ ਚੰਡੀਗੜ੍ਹ ਤੋਂ ਇੱਕ ਖਬਰ ਆ ਰਹੀ ਹੈ। ਚੰਡੀਗੜ੍ਹ 'ਚ ਫਾਇਰਿੰਗ ਕੇਸ ਦੇ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਲੁਧਿਆਣਾ ਦਾ ਰਹਿਣ ਵਾਲਾ ਹੈ। ਇੱਕ ਨਿੱਜੀ ਯੂਨੀਵਰਸਿਟੀ 'ਚ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਕਰਨ ਸ਼ਰਮਾ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ, ਜਿਸ ਦੀ ਮੁਲਜ਼ਮ ਵਜੋਂ ਪਛਾਣ ਹੋਈ ਹੈ। ਇੱਕ ਸ਼ਰਾਬ ਕਾਰੋਬਾਰੀ ਦੇ ਘਰ ਤੇ ਜਿਹੜੀ ਫਾਇਰਿੰਗ ਹੋਈ ਸੀ ਪਿਛਲੇ ਦਿਨੀ, ਉਸ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕਰਨ ਸ਼ਰਮਾ, ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ। ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੀਪੂ ਬਨੂੜ ਕੋਈ ਨਾਮ ਹੈ, ਜਿਸ ਦੇ ਨਾਲ ਉਸ ਦਾ ਲਿੰਕ ਦੱਸਿਆ ਜਾ ਰਿਹਾ ਹੈ। ਗੈਂਗਸਟਰ ਦੀਪੂ ਬਨੂੜ ਦੇ ਨਾਲ ਕਰਨ ਸ਼ਰਮਾ ਵਜੋਂ ਇਸ ਵਿਅਕਤੀ ਦੀ ਪਛਾਣ ਹੋਈ ਹੈ। ਔਰ ਪੁਲਿਸ ਨੇ ਲੁਧਿਆਣਾ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ੂਟਰ ਦੱਸਿਆ ਜਾ ਰਿਹਾ ਜੋ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਦੱਸ ਦਈਏ ਕਿ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਠੇਕੇ ਤੇ ਫਾਇਰਿੰਗ ਹੋਈ ਸੀ। ਸੈਕਟਰ 9 ਦੇ ਵਿੱਚ ਇੱਕ ਜਿਹੜਾ ਚੰਡੀਗੜ੍ਹ ਦੇ ਵਿੱਚ ਸ਼ਰਾਬ ਦਾ ਠੇਕਾ ਹੈ, ਉੱਥੇ ਕੁਝ ਵਿਅਕਤੀ ਆਏ ਸੀ। ਸੀਸੀਟੀਵੀ ਤਸਵੀਰਾਂ ਵੀ ਉਸ ਦੀਆਂ ਸਾਹਮਣੇ ਆਈਆਂ ਸੀ। ਇਸ ਵੇਲੇ ਵੀ ਅਸੀਂ ਟੀਵੀ ਸਕਰੀਨ ਤੇ ਸੀਸੀਟੀਵੀ ਫੁਟੇਜ ਦਿਖਾ ਰਹੇ ਹਾਂ ਕਿ ਦੋ ਵਿਅਕਤੀ ਆਉਂਦੇ ਨੇ, ਗੋਲੀਆਂ ਚਲਾਉਂਦੇ ਨੇ, ਚਲੇ ਜਾਂਦੇ ਨੇ। ਸੋ ਇਸ ਨੂੰ ਇੱਕ ਦਹਿਸ਼ਤਜ਼ਦਾ ਕਾਰਵਾਈ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵੀ ਮੰਨ ਸਕਦੇ ਹਾਂ, ਕਿਉਂਕਿ ਇਹੋ ਜਿਹੇ ਜਿਹੜੇ ਗਰੁੱਪ ਹੁੰਦੇ ਨੇ, ਜਿਹੜੇ ਗੈਂਗਸਟਰ ਹੁੰਦੇ ਨੇ, ਇਹਨਾਂ ਦਾ ਕੰਮ ਫਰੌਤੀ ਵਸੂਲਣਾ ਹੁੰਦਾ ਹੈ। ਸੋ ਕਈ ਵਾਰ ਕਿਸੇ ਤੋਂ ਫਰੌਤੀ ਮੰਗਦੇ ਨੇ, ਨਹੀਂ ਮਿਲਦੀ ਤਾਂ ਇਹੋ ਜਿਹੀ ਗਤੀਵਿਧੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਤਾਂ ਕਿ ਉਸ ਨਾਲ ਡਰ ਕੇ ਜਿਹੜੇ ਹੋਰ ਲੋਕ ਨੇ ਘੱਟੋ ਘੱਟ ਉਹ ਉਹਨਾਂ ਨੂੰ ਫਰੌਤੀ ਦੇਣੀ ਜ਼ਰੂਰ ਸ਼ੁਰੂ ਕਰ ਦੇਣ। ਇਹੀ ਵਜ੍ਹਾ ਹੁੰਦੀ ਹੈ ਇਹੋ ਜਿਹੀਆਂ ਗਤੀਵਿਧੀਆਂ ਨੂੰ ਕਈ ਵਾਰ ਅੰਜਾਮ ਦੇਣ ਦੀ, ਜਿਸ 'ਚ ਸਿੱਧੇ ਤੌਰ ਤੇ ਕਿਸੇ ਨੂੰ ਗੋਲੀ ਨਹੀਂ ਮਾਰੀ ਜਾਂਦੀ, ਪਰ ਇੱਕ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਸਕੂਲ ਫੀਸਾਂ ਨੂੰ ਲੈ ਕੇ। ਫੀਸਾਂ ਦੇ ਖਿਲਾਫ ਹੁਣ ਪੰਜਾਬ ਸਰਕਾਰ ਹਾਈ ਕੋਰਟ ਪਹੁੰਚ ਗਈ ਹੈ। ਪੰਜਾਬ ਸਰਕਾਰ ਨੇ ਬੜਾ ਸਿੱਧਾ ਤੇ ਸਪਸ਼ਟ ਤਰਕ ਦਿੱਤਾ ਹੈ ਕਿ ਜੇ ਸਕੂਲ ਬੰਦ ਨੇ ਤਾਂ ਫੀਸ ਕਿਉਂ ਮੰਗੀ ਜਾ ਰਹੀ ਹੈ। ਬੜਾ ਸਿੱਧਾ ਤਰਕ ਹੈ। ਮਾਪੇ ਵੀ ਇਹੀ ਤਰਕ ਦੇ ਰਹੇ ਨੇ ਕਿ ਜੇ ਸਕੂਲ ਬੰਦ ਨੇ, ਬੱਚਿਆਂ ਦੀ ਪੜ੍ਹਾਈ ਨਹੀਂ ਹੋ ਰਹੀ, ਤਾਂ ਫਿਰ ਫੀਸ ਕਿਸ ਗੱਲ ਦੀ। ਔਰ ਉਹ ਵੀ ਸਕੂਲ ਕਈ ਮਹੀਨਿਆਂ ਤੋਂ ਬੰਦ ਨੇ ਔਰ ਅੱਗੇ ਨਹੀਂ ਪਤਾ ਕਿ ਕਦੋਂ ਤੱਕ ਇਹ ਖੁੱਲਣਗੇ। ਜੇ ਇੱਕ ਅੱਧਾ ਮਹੀਨਾ ਹੋਵੇ ਤਾਂ ਕੋਈ ਸਵਾਲ ਨਹੀਂ ਚੱਕਦਾ, ਪਰ 6-6 5-5 ਮਹੀਨਿਆਂ ਦੀ ਫੀਸ ਜੇ ਸਕੂਲ ਨਹੀਂ ਲੱਗਣੇ ਤਾਂ ਕਿਉਂ ਦਿੱਤੀ ਜਾਵੇ, ਇਹ ਬੜੇ ਵੱਡੇ ਸਵਾਲ ਨੇ। ਔਰ ਪੰਜਾਬ ਸਰਕਾਰ ਨੇ ਹੁਣ ਪਟੀਸ਼ਨ ਦਾਖਲ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ। 12 ਜੂਨ ਨੂੰ ਇਸ ਪਟੀਸ਼ਨ ਤੇ ਸੁਣਵਾਈ ਹੋਣੀ ਹੈ। ਔਰ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ, ਉਹਨਾਂ ਦਾ ਬਿਆਨ ਆਇਆ ਨਿਊਜ਼ 18 ਨਾਲ, ਉਹਨਾਂ ਨੇ ਐਕਸਕਲੂਸਿਵ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਅਸੀਂ ਪੇਰੈਂਟਸ ਦੇ ਨਾਲ ਖੜੇ ਹਾਂ, ਮਾਪਿਆਂ ਦੇ ਨਾਲ ਖੜੇ ਹਾਂ, ਕਿਉਂਕਿ ਜਿਸ ਦਿਨ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਉਸ ਦਿਨ ਸਿਰਫ ਨਿੱਜੀ ਸਕੂਲਾਂ ਦਾ ਪੱਖ ਸੁਣਿਆ ਗਿਆ ਸੀ ਤੇ ਉਸ ਪੱਖ ਦੇ ਆਧਾਰ ਤੇ ਕੋਰਟ ਨੇ ਉਹਨਾਂ ਨੂੰ ਅੰਤਰਿਮ ਰਾਹਤ ਦਿੱਤੀ ਸੀ ਜਾਂ ਇੰਟਰਿਮ ਫੈਸਲਾ ਜਿਹੜਾ ਸੀ ਉਹ ਸੁਣਾਇਆ ਸੀ। ਪਰ ਕਿਉਂਕਿ ਹੁਣ ਇਸ ਦੇ ਵਿੱਚ ਸਰਕਾਰ ਵੀ ਪਾਰਟੀ ਹੈ, ਪੇਰੈਂਟਸ ਵੀ ਪਾਰਟੀ ਨੇ, ਕੁਝ ਹੋਰ ਪਟੀਸ਼ਨਾਂ ਵੀ ਦਾਖਲ ਹੋਈਆਂ ਨੇ। ਸੋ ਇਕੱਠੇ ਤੌਰ ਤੇ ਵੱਡੇ ਸੰਦਰਭ ਦੇ ਵਿੱਚ ਜਦੋਂ ਇਸ ਪਟੀਸ਼ਨ ਨੂੰ ਹੁਣ ਸੁਣਿਆ ਜਾਏਗਾ ਤਾਂ ਸਾਰੇ ਆਪਣੇ ਆਪਣੇ ਤਰਕ ਦੇਣਗੇ ਔਰ ਉਸ ਤੋਂ ਬਾਅਦ ਸਰਕਾਰ ਨੇ ਉਮੀਦ ਜਤਾਈ ਹੈ ਕਿ ਮਾਪਿਆਂ ਨੂੰ ਰਾਹਤ ਜ਼ਰੂਰ ਮਿਲੇਗੀ। ਔਰ ਇਹ ਰਿਵਿਊ ਪਟੀਸ਼ਨ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਖਲ ਕਰ ਦਿੱਤੀ ਹੈ। ਤੇ ਕਰੋਨਾ ਕਰਕੇ ਦੇਸ਼ ਲਾਕਡਾਊਨ ਹੋਇਆ, ਫਿਰ ਅਨਲੌਕ ਹੋਇਆ, ਪਰ ਸਕੂਲ ਤੇ ਕਾਲਜ ਨਹੀਂ ਖੁੱਲੇ। ਅਜਿਹੇ 'ਚ ਅਧਿਆਪਕਾਂ ਦੇ ਪੜ੍ਹਾਉਣ ਤੇ ਵਿਦਿਆਰਥੀਆਂ ਦੇ ਪੜ੍ਹਨ ਦੇ ਤਰੀਕੇ ਬਦਲ ਗਏ। ਹੁਣ ਆਨਲਾਈਨ ਸਟੱਡੀ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੀ ਇੱਕ ਅਧਿਆਪਕਾ ਹੈ ਅਨੂਪ ਸਰੀਚਾ, ਜੋ ਬੱਚਿਆਂ ਨੂੰ ਅਲੱਗ ਤਰੀਕੇ ਨਾਲ ਪੜ੍ਹਾ ਰਹੇ ਨੇ।
क्लासेस आपने देखी होंगी, आपके घरों में बच्चे ऑनलाइन क्लासेस लगा रहे हैं। ये कंसेप्ट तभी आया क्योंकि जब ये कोरोना आया, और कोरोना ने काफ़ी कुछ नया सोचने पर करने पर मजबूर भी किया है। तो आज हम आपको मिलवाएंगे एक इसी तरह के कंसेप्ट से कि जो ऑनलाइन क्लासेस ये शुरू हो रही हैं, जहां बच्चों के लिए एक नया एक्सपीरियंस है, वहीं टीचर्स को भी किस तरह से इसको अडॉप्ट करना पड़ा। पहले मैं आपको दिखाऊंगा एक ट्राइपॉड जो लगा हुआ है, इस पर एक फ़ोन है। यहाँ कहते हैं कि आवश्यकता आविष्कार की जननी है, तो आप देखिए कि टीचर्स को भी इसको अडॉप्ट करना पड़ा, और इसके जरिए बच्चों की जो ऑनलाइन क्लासेस की बात हो या एक नया कंसेप्ट की बात हो कि बच्चों को थोड़ा और इंगेज करके रखें, उनको इंटरेस्ट उनका शो करने चाहिए। हमारे साथ एक टीचर मौजूद है, अनु पसरेचा जी, उनसे जानेंगे कि किस तरह से जब ऑनलाइन क्लासेस शुरू हुई और ये ट्राइपॉड उन्होंने यूज़ किया और बच्चों को मोटिवेट भी किया और खुद भी एक तरह से अपने आप को देखा कि चैलेंज लिया कि और क्या नया किया जा सकता है। अनु जी, मैं ट्राइपॉड आपका देख रहा हूँ यहाँ पे, और एज ए टीचर आपने ये जो शुरुआत की कि ट्राइपॉड के साथ बच्चों की ऑनलाइन क्लासेस, हालांकि फ़ोन से सिंपल यूज़ हो सकता है, लेकिन इस ट्राइपॉड के साथ आपने क्या अलग से किया? सर, ट्राइपॉड का एक्सपीरियंस मेरे लिए लॉकडाउन में एक नीड भी थी और एक नया कंसेप्ट भी रहा, क्योंकि मैं लॉकडाउन घर में अकेली थी, ना मेरे हस्बैंड थे ना बेटी थी। तो मेरे लिए बहुत बड़ी समस्या थी कि बच्चों तक, उनके घर तक कैसे पहुंचा जाए, उनको क्लासरूम टीचिंग कैसे दी जाए। तो मैंने काफ़ी दिन अपनी तरफ से आइडियाज़ लगाए पर नहीं सेट हो रहा था। फिर आई ट्राइड विद ट्राइपॉड, क्योंकि मुझे खुद ही ऑन करना था लेसन के लिए, खुद ही ऑफ करना था, तो ये बहुत हेल्पफुल रहा उसमें मेरे लिए। तो आपने खुद भी एक अलग से अपने लिए एक नई चीज़ की जो पहले नहीं की थी। और बच्चों को किस तरह से, क्योंकि ऑनलाइन क्लास हमने देखा बच्चे कई बार इंटरेस्ट भी नहीं लेते, थोड़ा सुस्त रहते हैं, तो आपने कुछ नए तरीके भी ईजाद किए? सर, हमने नया इसमें यही था कि ट्राइपॉड था और घर से बच्चों के क्लासरूम बच्चों तक ले जाना था। तो हमने जो हम क्लास में जिस तरीके से कहानियाँ सुना के नया कंसेप्ट कोई भी इंट्रोड्यूस करते हैं, तो हमेशा हमने कोशिश यही की कि कोई एक एक्टिविटी लें, कुछ एक ऐसा जो सामान घर में ही अवेलेबल हो, जैसे कि कुछ मैथ्स का अगर कोई कंसेप्ट है उसके लिए स्टिक्स लेनी है या कुछ, तो हमने कोशिश की लूडो खेल के एडिशन सिखाया जाए, सब्ट्रैक्शन सिखाया जाए, और बच्चों को किसी तरीके से जब वो देखें ये वीडियो, तो ये ऐसा ना हो कि हाँ बस एक यूट्यूब लिंक देख रहे हैं। और हमारी कोशिश रही इसमें कि हम बच्चों तक पूरा एज अ टीचर मैं उन तक पहुँचूँ। देखने को मिलेगा। वीडियो जर्नलिस्ट विनोद के साथ उमेश शर्मा, न्यूज़ 18 चंडीगढ़।